ਸ਼ਾਹ ਸਾਹਿਬ, ਤੁਸੀਂ ਮੀਆਂ ਨਵਾਜ਼ ਸ਼ਰੀਫ ਸਾਹਿਬ ਦੇ ਬੜੇ ਕਰੀਬੀ ਸਾਥੀ ਹੋ ਲੰਡਨ ਚੋਂ। ਅੰਦਰ ਦੀ ਗੱਲ ਦੱਸੋ ਕਿ ਵਾਕਈ ਮੀਆਂ ਨਵਾਜ਼ ਸ਼ਰੀਫ ਸਾਹਿਬ ਪਾਕਿਸਤਾਨ ਚ ਜਾ ਰਹੇ ਨੇ ਵਾਪਸ? ਕਿਉਂਕਿ ਮੀਆਂ ਸਾਹਿਬ ਦਾ ਇੱਕ ਸ਼ੇਰ ਵੀ ਹੈ, ਮੀਆਂ ਮੁਹੰਮਦ ਬਖਸ਼ ਸਾਹਿਬ ਦਾ, ਕਿ ਭਾਈ ਭਾਈਆਂ ਦੇ ਦਰਦ ਵਡਾਉਂਦੇ ਤੇ ਭਾਈ ਭਾਈਆਂ ਦੀਆਂ ਬਾਹਾਂ। ਮੀਆਂ ਸਾਹਿਬ ਦੇ ਜਿਹੜੇ ਭਾਈ ਨੇ ਉਹ ਪਾਕਿਸਤਾਨ ਦੇ ਪ੍ਰਾਈਮ ਮਿਨਿਸਟਰ ਬਣ ਗਏ ਨੇ, ਤੇ ਉਹਨਾਂ ਜੀ ਨੇ ਅੱਜ ਆਰਡਰ ਵੀ ਇਸ਼ੂ ਕਰ ਦਿੱਤੇ ਨੇ ਕਿ ਇਹਨਾਂ ਨੂੰ ਦੁਬਾਰਾ ਪਾਸਪੋਰਟ ਵਗੈਰਾ ਇਸ਼ੂ ਕਰੋ ਤੇ ਵਾਪਸ ਆਵਣ। ਦੱਸੋ ਅੰਦਰ ਜੀ ਦੀਆਂ ਗੱਲਾਂ ਜ਼ਰਾ ਪੰਜਾਬੀਆਂ। ਪਾਸਪੋਰਟ ਦੇਖੋ ਜੀ, ਪਹਿਲੇ ਤੇ ਮੀਆਂ ਮੁਹੰਮਦ ਨਵਾਜ਼ ਸ਼ਰੀਫ ਸਾਹਿਬ ਜਿਹੜੇ ਸਾਡੇ ਕਾਇਦ ਨੇ, ਅਸੀਂ ਉਹਨਾਂ ਦੇ ਸਿਪਾਹੀ, ਉਹਨਾਂ ਨੂੰ ਬਹੁਤ ਬਹੁਤ ਜ਼ਿਆਦਾ ਮੁਬਾਰਕਬਾਦ। ਆਪਣਾ ਸ਼ਹਿਬਾਜ਼ ਸ਼ਰੀਫ ਸਾਹਿਬ ਨੂੰ ਵੀ ਵਜ਼ੀਰ ਆਜ਼ਮ ਬਣਨ ਦੀ ਬਹੁਤ ਬਹੁਤ ਮੁਬਾਰਕਬਾਦ। ਔਰ ਮੀਆਂ ਸਾਹਿਬ ਨੂੰ ਅੱਜ ਜਿਹੜਾ ਪਾਸਪੋਰਟ ਵੀ ਉਹਨਾਂ ਨੇ ਇਸ਼ੂ ਕਰਤਾ ਅੱਲਾ ਦੇ ਹੁਕਮ ਨਾਲ। ਔਰ ਉਹਨਾਂ ਦੀ ਸਿਹਤ ਬਿਲਕੁਲ ਬਿਹਤਰੀਨ ਹੈ ਔਰ ਉਹ ਜਾਣ ਦੀ ਤਿਆਰੀ ਚ ਨੇ। ਕਿਸੇ ਵਕਤ ਵੀ ਤੁਹਾਨੂੰ ਇਨਸ਼ਾਅੱਲਾ ਅਸੀਂ ਬੜੀ ਅੱਛੀ ਨਿਊਜ਼ ਦੇਵਾਂਗੇ ਕਿ ਮੀਆਂ ਸਾਹਿਬ ਜਿਹੜੇ ਨੇ ਉਹ ਪਾਕਿਸਤਾਨ ਚਲੇ ਗਏ ਨੇ, ਕਿਉਂਕਿ ਉਹਨਾਂ ਨੂੰ ਇਸ ਵਕਤ ਡਾਕਟਰਾਂ ਨੇ ਵੀ ਇਜਾਜ਼ਤ ਦੇ ਦਿੱਤੀ ਹੈ ਕਿ ਤੁਸੀਂ ਪਾਕਿਸਤਾਨ ਜਿਸੇ ਦਿਲ ਕੀਤਾ ਜਾ ਕੇ ਸਫ਼ਰ ਵੀ ਕਰ ਸਕਦੇ ਹੋ। ਪਾਕਿਸਤਾਨ ਦੀ ਫਜ਼ਾ ਇਸ ਵਕਤ ਤੁਹਾਡੇ ਉੱਥੇ ਰਹਿਣ ਵਾਸਤੇ ਵੀ ਠੀਕ ਹੈ, ਉਹਦੇ 'ਚ ਕੋਈ ਬੈਕਟੀਰੀਆ ਨਹੀਂ, ਤੇ ਤੁਸੀਂ ਜਿਸ ਵਕਤ ਵੀ ਜਾਣਾ ਹੋਵੇ ਤੇ ਤੁਸੀਂ ਜਾ ਸਕਦੇ ਹੋ। ਉਹਨਾਂ ਨੂੰ ਡਾਕਟਰਾਂ ਨੇ ਫੁੱਲ ਸੈਟਲਮੈਂਟ ਦਿੱਤੀ ਹੈ ਕਿ ਤੁਸੀਂ ਫਲਾਈ ਕਰ ਸਕਦੇ ਹੋ। ਤੇ ਇਨਸ਼ਾਅੱਲਾ ਬਹੁਤ ਜਲਦ ਮੀਆਂ ਸਾਹਿਬ ਜਿਹੜੇ ਨੇ ਉਹਨਾਂ ਦੀ ਇਨਸ਼ਾਅੱਲਾ ਸਮਾਨ ਦੀ ਪੈਕਿੰਗ ਹੋ ਰਹੀ ਹੈ, ਤੇ ਅੱਲਾ ਦੇ ਹੁਕਮ ਨਾਲ ਇਨਸ਼ਾਅੱਲਾ ਉਡਾਰੀ ਲਾਣਗੇ ਔਰ ਉੱਥੇ ਜਾ ਕੇ ਆਪਣੇ ਕੇਸਾਂ ਦਾ ਸਾਹਮਣਾ ਕਰਕੇ ਬੜੇ ਅੱਛੇ ਤਰੀਕੇ ਨਾਲ ਬਾ ਇੱਜ਼ਤ ਤੌਰ ਤੇ ਬਰੀ ਹੋ ਕੇ, ਸਾਰੇ ਕੇਸਾਂ ਤੇ ਕੋਈ ਕੇਸ ਸਾਬਤ ਵੀ ਨਹੀਂ ਹੋ ਪਾਇਆ, ਔਰ ਆਪਣਾ ਜਨਾਬ ਉੱਥੇ ਜਾ ਕੇ ਇਨਸ਼ਾਅੱਲਾ ਪ੍ਰਾਈਮ ਮਿਨਿਸਟਰ ਹਾਊਸ ਹੀ ਉਹਨਾਂ ਦੇ ਘਰ ਨੂੰ ਹੀ ਉਹਨਾਂ ਨੇ ਬਣਾ ਦਿੱਤਾ, ਤੇ ਉੱਥੇ ਜਾ ਕੇ ਇਨਸ਼ਾਅੱਲਾ ਮੀਆਂ ਸਾਹਿਬ ਦੁਬਾਰਾ ਜਿਹੜੇ ਸਾਡੇ ਨੂਨ ਦੇ ਕਾਇਦ ਨੇ ਉੱਥੇ ਬਹਿ ਕੇ ਜਨਾਬ ਆਪਣੇ ਉਹ ਕਾਮਾਤ ਦੁਬਾਰਾ ਜਾਰੀ ਕਰਨਗੇ ਔਰ ਪਾਕਿਸਤਾਨੀ ਆਵਾਮ ਦੀ ਭਰਪੂਰ ਤਰੀਕੇ ਨਾਲ ਜਿਕਣ ਉਹਨਾਂ ਪਹਿਲੇ ਖਿਦਮਤ ਕੀਤੀ ਹੈ ਕਰਨਗੇ। ਔਰ ਇਨਸ਼ਾਅੱਲਾ 2026 ਤੱਕ ਮੀਆਂ ਮੁਹੰਮਦ ਨਵਾਜ਼ ਸ਼ਰੀਫ ਸਾਹਿਬ ਜਿਹੜੇ ਨੇ ਪਾਕਿਸਤਾਨ ਦੀ ਖਿਦਮਤ ਕਰਕੇ ਦੱਸਣਗੇ ਔਰ ਆਵਾਮ ਨੂੰ ਮਹਿੰਗਾਈ ਤੋਂ ਜਾਨ ਛਡਾਣਗੇ ਆਵਾਮ ਦੀ, ਔਰ ਸਸਤੀ ਬਿਜਲੀ ਦੇਣਗੇ। ਔਰ ਇਨਸ਼ਾਅੱਲਾ ਇਹ ਆਵਾਮ ਜਿਹੜੀ ਬਾਹਰ ਨਿਕਲ ਕੇ ਅੱਜ ਕੁਝ ਕਹਿ ਰਹੇ ਨੇ ਜੀ ਮੀਆਂ ਸਾਹਿਬ ਨੇ ਇਹ ਪਾਰਟੀ ਨੂੰ ਜਨਾਬ ਜ਼ਬਰਦਸਤੀ ਆਈ ਹੈ, ਤੁਸੀਂ ਦੇਖੋ ਇਹ ਆਵਾਮ ਇਨਸ਼ਾਅੱਲਾ ਝੰਡੇ ਲੈ ਕੇ ਬਾਹਰ ਆਏਗੀ ਔਰ ਖੁਸ਼ ਹੋਏਗੀ ਕਿ ਸਾਡੇ ਮੁਲਕ ਵਿੱਚ ਜਨਾਬੇ ਲਈ ਹਰ ਚੀਜ਼ ਸਸਤੀ ਹੋ ਗਈ ਹੈ। ਤੱਕੋ ਡਾਲਰ ਦਾ ਰੇਟ ਬਿਹਤਰੀਨ ਹੋ ਗਿਆ ਹੈ, ਪਾਉਂਡ ਦਾ ਵੀ ਬਿਹਤਰੀਨ ਹੋ ਗਿਆ। ਅੱਲਾ ਕੀਤਾ ਸਟਾਕ ਮਾਰਕੀਟਿੰਗ ਵਿੱਚ ਤੁਸੀਂ ਤੱਕੋ ਕਿਸ ਤਰ੍ਹਾਂ ਚੇਂਜਿੰਗ ਆਈ ਹੈ। ਔਰ ਚੀਨੀ ਜਿਹੜੀ 84 ਤੋਂ 97 ਚਲੀ ਗਈ ਸੀ, ਉਹ ਵੀ ਵਜ਼ੀਰ ਆਜ਼ਮ ਸ਼ਹਿਬਾਜ਼ ਸ਼ਰੀਫ ਸਾਹਿਬ ਨੇ ਜਿਹੜਾ ਹੈ ਉਹਨੂੰ ਵੀ ਘੱਟ ਕੀਤਾ ਹੈ। ਔਰ 7 ਵਜੇ ਉਹ ਆਫਿਸ ਪਹੁੰਚ ਗਏ ਨੇ, ਅਜੇ ਉਹਨਾਂ ਦਾ ਅਮਲਾ ਵੀ ਨਹੀਂ ਸੁੱਟਿਆ। ਤੇ ਉਹਨਾਂ ਕਿਹਾ ਕਿ ਤੁਸੀਂ ਆਪਣੇ ਟਾਈਮ ਦੇ ਨਾਲ ਹੀ ਆਣਾ, ਮੈਂ ਜਿੰਨੇ ਵਜੇ ਵੀ ਆ ਜਾਣਾ, ਕਿਉਂਕਿ ਮੈਂ ਇਹ ਜਿਹੜਾ ਮੈਨੂੰ ਡੇਟ ਸਾਹਿਬ ਲੱਗਿਆ ਇਹ ਮੇਰੇ ਕੋਲ ਟਾਰਗੇਟ ਹੈ, ਤਦ ਕਿ ਮੈਂ ਆਵਾਮ ਦੀ ਭਰਪੂਰ ਖਿਦਮਤ ਕਰਾਂ, ਤਦ ਕਿ ਆਵਾਮ ਨੂੰ ਪਤਾ ਚੱਲੇ ਕਿ ਮੀਆਂ ਸ਼ਹਿਬਾਜ਼ ਸ਼ਰੀਫ ਇੱਕ ਐਕਟਿਵ ਪਾਕਿਸਤਾਨ ਮੁਸਲਿਮ ਲੀਗ ਨੂਨ ਦਾ ਇਹ ਮੀਆਂ ਮੁਹੰਮਦ ਨਵਾਜ਼ ਸ਼ਰੀਫ ਦਾ ਭਾਈ ਵੀ ਹੈ ਔਰ ਆਪਣੀ ਪਾਰਟੀ ਦਾ ਇੱਕ ਜਿਆਲਾ ਔਰ ਸਿਪਾਹੀ ਵੀ ਹੈ ਔਰ ਆਵਾਮ ਦੀ ਖਿਦਮਤ ਕਰਨੀ ਜਾਣਦਾ ਹੈ ਔਰ ਇਨਸ਼ਾਅੱਲਾ ਖਿਦਮਤ ਕਰਕੇ ਦੱਸਣਗੇ। ਔਰ ਮੀਆਂ ਸਾਹਿਬ ਇਨਸ਼ਾਅੱਲਾ ਬਹੁਤ ਜਲਦੀ ਪਾਕਿਸਤਾਨ ਜਾਣ ਵਾਲੇ ਨੇ। ਇਨਸ਼ਾਅੱਲਾ ਨੈਬ ਨੂੰ ਵੀ ਉਹ ਖਤਮ ਕਰ ਰਹੇ ਨੇ, ਤਾਂ ਕਿ ਨੈਬ ਵੀ ਜਿਹੜੇ ਜੈਲੀ ਕੇਸ ਬਣਾਉਂਦੀ ਹੈ, ਬੰਦਿਆਂ ਨੂੰ ਫालतू ਤੰਗ ਕਰਦੀ ਹੈ, ਅੱਜ ਤੱਕ ਕੋਈ ਵੀ ਕੇਸ ਨੈਬ ਜਿਹੜੀ ਨਹੀਂ ਸਾਬਤ ਕਰ ਪਾਈ। ਤੇ ਮੀਆਂ ਮੁਹੰਮਦ ਨਵਾਜ਼ ਸ਼ਰੀਫ ਸਾਹਿਬ ਨੇ ਔਰ ਮੀਆਂ ਮੁਹੰਮਦ ਸ਼ਹਿਬਾਜ਼ ਸ਼ਰੀਫ ਸਾਹਿਬ ਨੇ ਇਹ ਡਿਸੀਜਨ ਕੀਤਾ ਹੈ ਕਿ ਅਸੀਂ ਨੈਬ ਨੂੰ ਜਿਕਣ ਬਣਾਇਆ ਸੀ, ਅਸੀਂ ਇਸ ਨੂੰ ਜੜ ਤੋਂ ਹੀ ਖਾੜ ਦਈਏ। ਮਤਲਬ ਜਿਹੜਾ ਅਦਾਰਾ ਇਹਨਾਂ ਨੂੰ ਰੋਕੇ ਦਾ, ਜਿਹੜਾ ਅਦਾਰਾ ਪੁੱਛਗਿੱਛ ਕਰੇ ਦਾ, ਇਦਾਰੇ ਨੂੰ ਖਤਮ ਕਰਕੇ ਕਹਾਣੀ ਮੁਕਾਉ ਨੇ ਕਿ ਕੁੰਡੀ ਨਾਲ ਖੜਕਾ ਸੋਹਣਿਆ ਸਿੱਧੇ ਹੀ ਅੰਦਰ ਆ ਕੇ ਨੈਕਸਟ ਟਾਈਮ ਕੋਈ ਰੋਕ ਟੋਕ ਨਾ ਹੋਵੇ ਕਿਸੇ ਵੀ ਪੋਲੀਟੀਸ਼ੀਅਨ ਨੂੰ ਜੋ ਮਰਜ਼ੀ ਕਰਦਾ ਫਿਰੇ ਪਿਆ। ਕੀ ਕਹੋਗੇ ਸ਼ਾਹ? ਕਿਸੇ ਵੀ ਆਉਣ ਵਾਲੇ ਜਿਹੜੇ ਪੋਲੀਟੀਸ਼ੀਅਨ ਵੀ ਇਨਸ਼ਾਅੱਲਾ ਉਹਨਾਂ ਵਾਸਤੇ ਵੀ ਇਸਨੀ ਅੱਛੀ ਰਾਹ ਹਮਵਾਰ ਕਰਕੇ ਜਾਣਗੇ ਕਿ ਅਗਰ ਕੱਲ ਨੂੰ ਉਹ ਵੀ ਆਉਂਦੇ ਨੇ ਤੇ ਇਹ ਅਦਾਰੇ ਉਹਨਾਂ ਨੂੰ ਤੰਗ ਨਾ ਕਰਨ। ਦੇਖੋ ਮੀਆਂ ਸ਼ਹਿਬਾਜ਼ ਸ਼ਰੀਫ ਸਾਹਿਬ ਨੇ ਕਿਹਾ ਵੀ ਜਿਹੜੇ ਪ੍ਰਾਈਮ ਮਿਨਿਸਟਰ ਨੇ ਉਹਨਾਂ ਕਿਹਾ ਵੇ ਕਿ ਅਸੀਂ ਕਿਸੇ ਨਾਲ ਵੀ ਕੋਈ ਐਸਾ ਗਲਤ ਸਲੂਕ ਨਹੀਂ ਕਰਾਂਗੇ ਕਿ ਅਸੀਂ ਉਹਨਾਂ ਕੋਲ ਕੋਈ ਸਿਆਸੀ ਇੰਤਕਾਮ ਲੈ ਰਹੇ ਹਾਂ, ਬਲਕਿ ਸਾਡਾ ਏਮ ਹੈ ਕਿ ਆਵਾਮ ਦੀ ਖਿਦਮਤ ਕਰਨਾ। ਔਰ ਆਂਦੇ ਨੇ ਪੂਰਾ ਪਾਕਿਸਤਾਨ ਜਾਣਦਾ ਕਿ ਮੈਂ ਇੱਕ ਆਵਾਮੀ ਆਦਮੀ ਹਾਂ, ਜਿਹੜਾ ਕਿਤਨੀ ਦਫਾ ਮੈਂ ਸੀਐਮ ਰਿਹਾ ਔਰ ਆਪਣੇ ਮੈਂ ਪੂਰੇ ਪੰਜਾਬ ਦੀ ਪੂਰੇ ਪਾਕਿਸਤਾਨ ਦੀ ਖਿਦਮਤ ਕੀਤੀ ਹੈ। ਸਹੀ ਹੈ ਸ਼ਾਹ ਜੀ, ਇਹ ਦੱਸੋ ਕਿ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਮੀਆਂ ਸਾਹਿਬ ਦੀ ਸਿਹਤ ਬਿਹਤਰ ਹੋ ਗਈ ਹੈ, ਕਿਆ ਮੀਆਂ ਨਵਾਜ਼ ਸ਼ਰੀਫ ਸਾਹਿਬ ਦੀ ਸਿਹਤ ਦਾ ਬਿਹਤਰ ਹੋਣਾ ਇਸ ਚੀਜ਼ ਦੇ ਨਾਲ ਮਸ਼ਰੂਤ ਸੀ ਕਿ ਪਾਕਿਸਤਾਨ ਦੇ ਵਿੱਚ ਇਮਰਾਨ ਖਾਨ ਸਾਹਿਬ ਦੇ ਥੱਲਿਓਂ ਵਜ਼ਾਰਤੇ ਉਜ਼ਮਾ ਦੀ ਸੀਟ ਨੂੰ ਖਸਕਾਇਆ ਜਾਏ ਤਾਂ ਹੀ ਇਹਨਾਂ ਦੀ ਸਿਹਤ ਬਿਹਤਰ ਹੋਣੀ ਸੀ? ਜੀ ਨਹੀਂ, ਸਿਹਤ ਅੱਲਾ ਦੇ ਹੁਕਮ ਨਾਲ ਮੀਆਂ ਸਾਹਿਬ ਦੀ ਉਸ ਤੋਂ ਪਹਿਲੇ ਹੀ ਉਹਨਾਂ ਨੇ ਡਾਕਟਰਾਂ ਨੇ ਬੜੇ ਇਲਾਜ ਕੀਤੇ ਔਰ ਉਹ ਇਨਸ਼ਾਅੱਲਾ ਤਾਲਾ ਤੁਹਾਨੂੰ ਪਤਾ ਹੁੰਦਾ ਹਾਰਟ ਦਾ ਵੀ ਬਾਈਪਾਸ ਹੋਇਆ ਸੀ ਔਰ ਇਸ ਵਕਤ ਮੀਆਂ ਸਾਹਿਬ ਦੀ ਬਿਹਤਰੀਨ ਸਿਹਤ ਹੈ, ਕਿਉਂਕਿ ਹਾਈਡ ਪਾਰਕ ਵਿੱਚ ਵਾਕ ਵੀ ਕਰਦੇ,
ਸਭ ਕੁਝ ਡਾਕਟਰ ਵੀ ਉਹਦਾ ਧਿਆਨ ਰੱਖਦੇ, ਖੁਰਾਕ ਦਾ ਵੀ ਧਿਆਨ ਰੱਖਦੇ, ਔਰ ਉਹਨਾਂ ਦਾ ਮਾਹੌਲ ਵੀ ਚੇਂਜ ਕੀਤਾ ਗਿਆ, ਜਿਹਦੀ ਵਜ੍ਹਾ ਦੇ ਨਾਲ ਉਹ ਥੋੜਾ ਜਿਹਾ ਜਿਕਣ ਆਦਮੀ ਖੁਸ਼ ਹੁੰਦਾ ਤੇ ਖੁਸ਼ ਹੋ ਬੰਦਾ ਹੋਵੇ ਤੇ ਫਿਰ ਪਤਾ ਜੇ ਸਿਹਤ ਤੇ ਵੀ ਅਸਰ ਪੈਂਦਾ। ਤੇ ਇਸ ਵਕਤ ਮੀਆਂ ਸਾਹਿਬ ਪੂਰੇ ਫਿੱਟ ਨੇ ਅੱਲਾ ਦੇ ਹੁਕਮ ਨਾਲ, ਸਫ਼ਰ ਵੀ ਕਰ ਸਕਦੇ। ਹੁਣ ਉਹਨਾਂ ਵਾਸਤੇ ਉਹ ਪਾਕਿਸਤਾਨ ਨੂੰ ਬੜਾ ਪਿਆਰ ਔਰ ਮੁਹੱਬਤ ਕਰਦੇ, ਉਹ ਚਾਹੁੰਦੇ ਨੇ ਕਿ ਮੈਂ ਪਾਕਿਸਤਾਨ ਜਾਵਾਂ, ਆਪਣੀ ਆਵਾਮ ਵਿੱਚ ਜਾ ਕੇ ਬਵਾਂ, ਉਹਨਾਂ ਦੀ ਖਿਦਮਤ ਕਰਾਂ। ਬਿਮਾਰੀ ਉਹਨਾਂ ਨੂੰ ਇਹ ਸੀ ਅਸਲ ਵਿੱਚ ਕਿ ਮੈਨੂੰ ਇਹ ਮੇਰੇ ਪਾਕਿਸਤਾਨ ਦੀ ਖਿਦਮਤ ਨਹੀਂ ਕਰਨ ਦਿੰਦੇ, ਮੈਨੂੰ ਉੱਥੇ ਜਾਣ ਨਹੀਂ ਦਿੰਦੇ। ਮੈਂ ਆਵਾਮੀ ਆਦਮੀ ਆ, ਮੈਂ ਉਹਨਾਂ ਗਰੀਬਾਂ ਦੀ ਉਹਨਾਂ ਦੀ ਮੈਂ ਆਵਾਜ਼ ਸੁਣਾ ਜਿਹੜੇ ਮਹਿੰਗਾਈ 'ਚ ਚੀਹਾਂ ਮਾਰ ਰਹੇ ਨੇ, ਰੋ ਰਹੇ ਨੇ, ਜਿੱਥੇ ਦਾਲ ਚਾਵਲ ਚੀਨੀ ਕੋ ਗਰੀਬ ਆਦਮੀ ਖਰੀਦ ਕੇ ਖਾ ਨਹੀਂ ਸਕਦਾ। ਦੇਖੋ ਜਿਹੜੇ ਓਵਰਸੀਜ਼ ਕਮਿਊਨਿਟੀ ਹੈ ਇਹਨਾਂ ਕੋਲੇ ਪੈਸਾ ਹੈ, ਇਹ ਪੈਸੇ ਇਹਨਾਂ ਕੋਲ ਨੇ, ਇਹ ਖਾ ਪੀ ਸਕਦੇ ਨੇ, ਮਗਰ ਜਿਹੜੀ ਉੱਥੇ ਦੀ ਆਵਾਮ ਹੈ, ਅਗਰ ਰਾਜ ਸਾਹਿਬ ਤੁਸੀਂ ਪਾਕਿਸਤਾਨ ਗਏ ਹੋ, ਗਰੀਬ ਆਦਮੀ ਜਿਹੜਾ ਵੇ ਉਹ ਵਿਚਾਰਾ 1 ਕਿਲੋ ਚੀਨੀ ਨਹੀਂ ਖਰੀਦ ਸਕਦਾ, ਗਰੀਬ ਆਦਮੀ ਮੁਰਗੀ ਨਹੀਂ ਖਾ ਸਕਦਾ, ਗਰੀਬ ਆਦਮੀ ਗੋਸ਼ਤ ਨਹੀਂ ਖਾ ਸਕਦਾ। ਉੱਥੇ ਟੈਕਸ ਬਹੁਤ ਜ਼ਿਆਦਾ ਨੇ, ਕੋਈ ਚੀਜ਼ ਤੁਸੀਂ ਨਾ ਖਰੀਦ ਸਕਦੇ ਹੋ, ਨਾ ਕੋਈ ਉਹਨਾਂ ਕੋਲ ਆਮਦਨ ਦਾ ਜ਼ਰੀਆ ਹੈ। ਇਸ ਵਾਸਤੇ ਮੀਆਂ ਸਾਹਿਬ ਉੱਥੇ ਜਾਣਗੇ, ਇਨਸ਼ਾਅੱਲਾ ਉਹ ਸਾਰੀ ਜਿੰਨੀ ਵੀ ਪਾਲਿਸੀਜ਼ ਉਹਨਾਂ ਨੇ ਬਣਾਈਆਂ ਨੇ ਗਲਤ, ਉਹਨਾਂ ਨੂੰ ਚੇਂਜ ਕਰਨਗੇ ਔਰ ਇਨਸ਼ਾਅੱਲਾ ਆਵਾਮ ਦੀ ਭਰਪੂਰ ਤਰੀਕੇ ਦੇ ਨਾਲ ਖਿਦਮਤ ਕਰਨਗੇ ਔਰ ਆਵਾਮ ਇਨਸ਼ਾਅੱਲਾ ਖੁਦ ਆਵਾਜ਼ ਦੇਗੀ ਤੁਹਾਨੂੰ। ਠੀਕ ਹੈ 6 ਸ਼ਾਹ ਮਹੀਨੇ ਜੀ, ਦੇ ਇਹ ਵਿੱਚ ਦੱਸੋ ਕਿ ਆਵਾਜ਼ ਆਏਗੀ ਕਿ ਆਪਣਾ ਮੀਆਂ ਸਾਹਿਬ ਨੇ ਪਾਕਿਸਤਾਨੀ ਕੌਮ ਦੀ ਖਿਦਮਤ ਕੀਤੀ ਹੈ। ਇਹ ਦੱਸੋ ਕਿ ਮੀਆਂ ਸ਼ਹਬਾਜ਼ ਸ਼ਰੀਫ ਸਾਹਿਬ ਨੇ ਵਜ਼ੀਰ ਆਜ਼ਮ ਦੀ ਕੁਰਸੀ ਤੇ ਬਹਿੰਦਿਆਂ ਸਾਲ ਹੀ ਆਵਾਮ ਨੂੰ ਵਾਵਾ ਸਾਰੇ ਰਿਲੀਫ ਦਿੱਤੇ ਨੇ, ਜਿਨ੍ਹਾਂ ਦੀ 1 ਲੱਖ ਤੱਕ ਤਨਖਾਹ ਸੀ 10% ਵਧਾ ਦਿੱਤੀ ਹੈ, ਮਿਨੀਮਮ ਵੇਜਿਸ ਨੇ ਜਿਹੜੀਆਂ 5000 ਕਰ ਦਿੱਤੀਆਂ ਨੇ। ਇਸ ਤੋਂ ਇਲਾਵਾ ਵੀ ਕਾਫੀ ਸਾਰੀਆਂ ਗੱਲਾਂ ਉਹਨਾਂ ਨੇ ਕੀਤੀਆਂ ਨੇ। ਇਹ ਕੀ ਵਜ੍ਹਾ ਹੈ? ਕਿਆ ਖਾਨ ਸਾਹਿਬ, ਇਮਰਾਨ ਖਾਨ ਸਾਹਿਬ ਕੌਮੀ ਖਜ਼ਾਨੇ 'ਚ ਬਹੁਤ ਜ਼ਿਆਦਾ ਪੈਸਾ ਛੱਡ ਕੇ ਗਏ ਨੇ ਜਿਹੜੇ ਕਿ ਮੀਆਂ ਸਾਹਿਬ ਆਵਾਮ ਨੂੰ ਇੰਨੇ ਜ਼ਿਆਦਾ ਫਿਰ ਰਿਲੀਫ ਦੇ ਰਹੇ ਨੇ, ਜਾਂ ਜਿਹੜੀ ਆਵਾਮ ਸੜਕਾਂ ਤੇ ਨਿਕਲੀ ਹੈ ਇਮਰਾਨ ਖਾਨ ਸਾਹਿਬ ਦੀ ਫੇਵਰ ਦੇ ਵਿੱਚ, ਉਹਨਾਂ ਦੇ ਮੂੰਹ ਬੰਦ ਕਰਵਾਉਣੇ ਵਾਸਤੇ ਕਿ ਆਵਾਮ ਦੇ ਮਤਲਬ ਕੁਝ ਨਾ ਕੁਝ ਲਾਲਚ ਦਿੱਤਾ ਜਾਏ, ਚਲੋ ਜੀ ਅਸੀਂ ਆਟਾ ਸਸਤਾ ਕਰ ਰਹੇ ਹਾਂ, ਤੁਹਾਨੂੰ ਮਾਰਕੀਟਾਂ 'ਚ ਦੇ ਰਹੇ ਹਾਂ, ਤੁਹਾਡੀਆਂ ਤਨਖਾਹਾਂ ਵਧਾ ਰਹੇ ਹਾਂ, ਤੁਹਾਡੀ ਮਿਨੀਮਮ ਵੇਜ ਵਧਾ ਰਹੇ ਹਾਂ। ਕੀ ਰਾਕਟ ਸਾਇੰਸ ਹੈ ਮੀਆਂ ਸਾਹਿਬ ਦੇ ਪਹਿਲੀ ਵਾਰੀ ਹੀ ਤਕਰੀਰ ਕਰਦਿਆਂ ਇੰਨੇ ਜ਼ਿਆਦਾ ਰਿਲੀਫ ਆਵਾਮ ਨੂੰ ਦੇਣੇ ਵਿੱਚ? ਇਹਦੇ ਵਿੱਚ ਇੱਕ ਤੇ ਆਪਣਾ ਰਾਜਾ ਸਾਹਿਬ ਜਿਹੜਾ ਨਾ ਇਤਿਹਾਦੀ ਪਾਰਟੀਆਂ ਵੀ ਨਾਲ ਨੇ, ਆਸਫ ਅਲੀ ਜ਼ਰਦਾਰੀ ਸਾਹਿਬ ਵੀ ਨਾਲ ਨੇ, ਸਾਰੇ ਮਿਲ ਕੇ ਹੁਣ ਉਹ ਜਿਹੜਾ ਵੀ ਪੀਡੀਐਮ ਦਾ ਹਿੱਸਾ ਬਣੇ ਨੇ, ਸਾਰੇ ਮਿਲ ਕੇ ਫੈਸਲਾ ਕਰਦੇ ਨੇ ਔਰ ਮੀਆਂ ਸਾਹਿਬ ਜਿਹੜਾ ਵੀ ਫੈਸਲਾ ਕਰਦੇ ਨੇ ਉਹਨਾਂ ਨਾਲ ਮਸ਼ਾਵਰਤ ਕਰਕੇ, ਹੁਣ ਉਹਦੇ ਪ੍ਰਾਈਮ ਮਿਨਿਸਟਰ ਨੇ, ਹੁਣ ਤੇ ਉਹਨਾਂ ਨੂੰ ਕਿਸੇ ਨਾਲ ਮਸ਼ਾਵਰਤ ਦੀ ਲੋੜ ਨਹੀਂ, ਤੇ ਉਹ ਰਿਲੀਫ ਦੇ ਰਹੇ ਨੇ। ਉਹਨਾਂ ਨੂੰ ਪਤਾ ਹੈ ਕਿ ਆਵਾਮ ਦਾ ਟੈਕਸ ਦਾ ਪੈਸਾ ਖਜ਼ਾਨੇ 'ਚ ਪਿਆ ਹੈ, ਦੇਖਣਾ ਹੈ ਕਿ ਤੁਸੀਂ ਲਾਉਂਦੇ ਕਿਸ ਤੇ ਹੋ। ਅਗਰ ਤੁਸੀਂ ਉਹਨਾਂ ਨਾਲ ਹੋਰ ਕੰਮ ਕਰੀ ਜਾ ਰਹੇ ਹੋ, ਚਲੋ ਪਨਾਹ ਗਾਵਾਂ ਬਣਾਓ, ਜਾਂ ਤੁਸੀਂ ਆਖੋ ਅਸੀਂ ਇਹ ਕੰਮ ਕਰਨੇ ਪਿਆ, ਤੇ ਗਰੀਬ ਆਦਮੀ ਜਿਹੜਾ ਉਹ ਰੋਟੀ ਤੋਂ ਤੰਗ ਹੈ। ਤੁਸੀਂ ਤਾਂ ਪ੍ਰਾਈਮ ਮਿਨਿਸਟਰ ਹਾਊਸ ਵਿੱਚ ਬੈਠੇ ਹੋ ਤੇ ਗਰੀਬ ਆਦਮੀ ਤੜਪ ਰਿਹਾ, ਤੁਸੀਂ ਤੱਕੋ ਰਮਜ਼ਾਨ, ਮੈਂ ਤੁਹਾਨੂੰ ਦੱਸਾਂ ਖਜੂਰ ਖਰੀਦਣ ਵਾਸਤੇ ਬੰਦਿਆਂ ਕੋਲ ਪੈਸੇ ਕੋਈ ਨਹੀਂ, ਰੋਜ਼ਾ ਅਫਤਾਰ ਕਰਨ ਵਾਸਤੇ ਇੰਨੀ ਮਹਿੰਗਾਈ ਹੈ, ਉਹ ਬੰਦੇ ਬੜੇ ਪਰੇਸ਼ਾਨ ਨੇ। ਇਸ ਵਾਸਤੇ ਮੀਆਂ ਮੁਹੰਮਦ ਸ਼ਹਬਾਜ਼ ਸ਼ਰੀਫ ਨੇ ਰਿਲੀਫ ਪੈਕੇਜ ਦਿੱਤਾ ਹੈ। ਉਹਨਾਂ ਕਿਹਾ ਚੀਨੀ ਵੀ ਘੱਟ ਕਰੋ, ਹਰ ਚੀਜ਼ ਮਾਰਕੀਟ ਵਿੱਚ ਸਸਤੀ ਕਰੋ, ਗਰੀਬ ਆਵਾਮ ਨੂੰ ਖਿਲਾਓ, ਤਦ ਕਿ ਪਤਾ ਚਲੇ ਕਿ ਮੈਂ ਇੱਕ ਤਜਰਬਾਕਾਰ ਸੀਐਮ ਹਾਂ, ਹੁਣ ਮੈਨੂੰ ਅੱਲਾਹ ਤਾਲਾ ਦੀ ਜ਼ਾਤ ਨੇ ਪ੍ਰਾਈਮ ਮਿਨਿਸਟਰ ਦੀ ਚੇਅਰ ਤੇ ਬਿਠਾਇਆ ਔਰ ਮੈਂ ਇਹ ਖਿਦਮਤ ਕਰਾਂ। ਉਹਨਾਂ ਦਾ ਤਰੀਕਾ ਕਾਰ ਹੀ ਹੈ ਕਿ ਆਵਾਮੀ ਆਦਮੀ ਨੇ ਉਹਨਾਂ ਦੀ ਖਿਦਮਤ ਕਰਨੀ। ਸ਼ਹਬਾਜ਼ ਸ਼ਰੀਫ ਬੈਸਟ ਆਦਮੀ ਨੇ ਇਸ ਚੇਅਰ ਵਾਸਤੇ, ਔਰ ਤੁਸੀਂ ਦੇਖੋਗੇ ਇਨਸ਼ਾਅੱਲਾ 5-6 ਮਹੀਨੇ 'ਚ ਹੀ ਤੁਹਾਨੂੰ ਪਤਾ ਚੱਲ ਜਾਏਗਾ। ਇਹ ਜਿਹੜੇ ਬੰਦੇ ਹੁਣ ਨਿਕਲਦੇ ਨੇ ਨਾ, ਹੁਣ ਬੋਲਦੇ ਨੇ, ਗੱਲਾਂ ਕਰ ਰਹੇ ਨੇ, ਇਹ ਇਨਸ਼ਾਅੱਲਾ ਆਪਣਾ ਕੰਮ ਕਰਕੇ ਦੱਸਣਗੇ ਔਰ ਇਹਨਾਂ ਦੇ ਕੰਮ ਕੀਤੇ ਸਾਹਮਣੇ ਆਣਗੇ ਔਰ ਆਵਾਮ ਜਿਹੜੀ ਥੋੜੀ ਬਹੁਤੀ ਬੋਲਦੀ ਪਈ ਉਹ ਆਪੇ ਖਾਮੋਸ਼ ਹੋ ਜਾਏਗੀ। ਗਰੀਬ ਆਦਮੀ ਬੜਾ ਤੰਗ ਹੈ ਰਾਜਾ ਸਾਹਿਬ, ਓਵਰਸੀਜ਼ ਕਮਿਊਨਿਟੀ ਕੋ ਪੈਸਾ ਹੈ, ਇਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ। 200-400 ਪਾਉਂਡ ਲਾਇਆ, ਗਏ ਮਹੀਨਾ ਦੋ ਰੇ, ਖਾਦਾ ਪੀਤਾ, ਆਖਿਆ ਜੀ ਪਾਕਿਸਤਾਨ ਬੜਾ ਸਸਤਾ ਹੈ। ਸ਼ਾਦ ਸਾਹਿਬ ਇਹ ਦੱਸੋ ਕਿ ਮੀਆਂ ਸ਼ਹਬਾਜ਼ ਸ਼ਰੀਫ ਸਾਹਿਬ ਨੇ ਭਰਾ ਹੋਣ ਦਾ ਹੱਕ ਤੇ ਅਦਾ ਕਰ ਰਹੇ ਨੇ ਕਿ ਉਹਨਾਂ ਦੇ, ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ, ਕੇਸਿਸ ਵੀ ਖਤਮ ਕਰ ਦੇਣੇ ਨੇ, ਨੈਬ ਵੀ ਖਤਮ ਕਰ ਜਾਣਾ, ਉਹ ਪਾਕਿਸਤਾਨ ਵਾਪਸ ਵੀ ਜਾ ਰਹੇ ਨੇ, ਉਹਨਾਂ ਦੇ ਪਾਸਪੋਰਟ ਵੀ ਇਸ਼ੂ ਹੋ ਰਹੇ ਨੇ। ਸ਼ਾਹ ਜੀ ਇਹ ਦੱਸੋ ਕਿ ਵਾਕਈ ਉਹਨਾਂ ਨੇ ਭਾਈ ਹੋਣੇ ਦਾ ਹੱਕ ਤੇ ਅਦਾ ਕਰ ਦਿੱਤਾ ਜਾਂ ਇਹ ਕਸਰ ਰਹਿ ਗਈ ਵਿੱਚ? ਦੇਖੋ ਜੀ ਇਹਦੇ 'ਚ ਜਿੰਨੀ ਮੀਆਂ ਆਪਣਾ ਰਾਜਾ ਸਾਹਿਬ ਮਿਹਨਤ ਲੱਗੀ ਹੈ ਉਹ ਮਰੀਮ ਨਵਾਜ਼ ਬੀਬੀ ਨੇ, ਸਮਝੇ, ਉਹਨਾਂ ਰਾਤ ਦਿਨ ਮਿਹਨਤ ਕੀਤੀ, ਉਹਨਾਂ ਨੇ ਇੱਕ ਜਹਾਦ ਕੀਤਾ, ਉਹਨਾਂ ਨੇ ਰਾਤ ਦਿਨ ਹਰ ਪਾਸੇ ਜਾ ਕੇ ਤਕਰੀਰਾਂ ਕੀਤੀਆਂ, ਆਵਾਮ ਉਹਨਾਂ ਦੇ ਨਾਲ ਹੈ। ਤੁਸੀਂ ਤੱਕੋ ਜਿੱਧਰ ਵੀ ਇਹ ਗਏ ਨੇ ਮਰੀਮ ਬੀਬੀ ਨੇ ਇਹੀ ਸਾਰਾ ਕੁਝ ਕੀਤਾ ਹੈ। ਅੱਜ ਅਗਰ ਮੀਆਂ ਮੁਹੰਮਦ ਸ਼ਹਬਾਜ਼ ਸ਼ਰੀਫ ਉਸ ਚੇਅਰ ਤੇ ਬੈਠੇ ਨੇ ਤੇ ਉਹਦੇ ਪਿੱਛੇ ਮਰੀਮ ਬੀਬੀ ਦਾ ਜਿਹੜਾ ਨਾ ਉਹਨਾਂ ਦਾ ਬਹੁਤ ਵੱਡਾ ਹੱਥ ਹੈ। ਉਹਨਾਂ ਨੇ ਬੜੀ ਮਿਹਨਤ ਕੀਤੀ ਹੈ, ਅੱਜ ਉਹਨਾਂ ਨੂੰ ਉਸ ਮਿਹਨਤ ਦਾ ਸਿਲਾ ਮਿਲਿਆ, ਕਿਉਂਕਿ ਉਹਨਾਂ ਤੇ ਕੇਸ ਬਣੇ ਸੀ ਹਮਜ਼ਾ ਤੇ ਔਰ ਮੀਆਂ ਸ਼ਹਬਾਜ਼ ਸ਼ਰੀਫ ਸਾਹਿਬ ਤੇ,
ਔਰ ਮਰੀਮ ਬੀਬੀ ਨੇ ਰਾਤ ਦਿਨ ਇੱਕ ਕਰਕੇ ਉਹਦੀ ਜਦੋਜਹਿਦ ਜਿਹੜੀ ਰੰਗ ਲਿਆਈ ਹੈ। ਔਰ ਇਸ ਵਕਤ ਮਾਸ਼ਾਅੱਲਾ ਸਮਝੋ ਕਿ ਮਰੀਮ ਬੀਬੀ ਸਾਡੀ ਜਿਹੜੀ ਹੈ ਨਾ ਉਹੀ ਪ੍ਰਾਈਮ ਮਿਨਿਸਟਰ ਹੈਗੀ ਹੈ। ਸ਼ਹਿਬਾਜ਼ ਸ਼ਰੀਫ ਸਾਹਿਬ ਉਹਦੇ ਚਾਚਾ ਨੇ, ਇਸ ਵਾਸਤੇ ਉਹਨਾਂ ਨੇ ਉਹਨਾਂ ਨੂੰ ਬਿਠਾ ਦਿੱਤਾ। ਅਗਰ ਉਹ ਨਾ ਹੁੰਦੇ ਤੇ ਫਿਰ ਮਰੀਮ ਨਵਾਜ਼ ਸ਼ਰੀਫ ਜਿਹੜੀ ਹੈ ਉਹਨਾਂ ਨੇ ਪ੍ਰਾਈਮ ਮਿਨਿਸਟਰ ਦੀ ਚੇਅਰ ਤੇ ਬਹਿਣਾ ਸੀ ਔਰ ਉਹਨਾਂ ਨੇ ਪ੍ਰਾਈਮ ਮਿਨਿਸਟਰ ਮਾਸ਼ਾਅੱਲਾ ਚਲਾ ਕੇ ਵੀ ਦੱਸ ਜੀ ਸਹੀ ਸ਼ਾਹ ਜੀ, ਇਹ ਦੱਸੋ ਕਿ ਪ੍ਰਾਈਮ ਮਿਨਿਸਟਰ ਹਾਊਸ ਦਾ ਵਿਜ਼ਿਟ ਕੀਤਾ, ਹਰ ਚੀਜ਼ ਉਹਨਾਂ ਦੇਖੀ ਕਿ ਇੱਥੇ ਸਭ ਕੁਝ ਠੀਕ ਹੈ। ਆਪੋਜੀਸ਼ਨ ਜਿਹੜੀ ਜਮਾਤਾਂ ਨੇ, ਖਾਨ ਸਾਹਿਬ ਦੀ ਜਮਾਤ ਇਲਜ਼ਾਮ ਲਾਉਂਦੀ ਹੈ ਕਿ ਇਹ ਜੀ ਬੈਰੂਨੀ ਸਾਜ਼ਿਸ਼ ਦੇ ਤਹਿਤ ਇਹ ਗੱਦਾਰ ਨੇ ਜਿਨ੍ਹਾਂ ਨੇ ਉਹਨਾਂ ਦੀ ਹਕੂਮਤ ਨੂੰ ਹਟਾਇਆ। ਇਸ ਚੀਜ਼ ਦੇ ਵਿੱਚ ਕਿਸ ਹੱਦ ਤੱਕ ਸੱਚਾਈ ਹੈ? ਔਰ ਤੁਹਾਡੀ ਹਕੂਮਤ ਦੇ ਬਾਰੇ 'ਚ ਇਹ ਵੀ ਕਿਹਾ ਜਾ ਰਿਹਾ ਕਿ ਇਹ ਓਵਰਸੀਜ਼ ਪਾਕਿਸਤਾਨੀਆਂ ਨੂੰ ਜਿਹੜਾ ਵੋਟ ਦਾ ਹੱਕ ਦਿੱਤਾ ਹੈ ਖਾਨ ਸਾਹਿਬ ਨੇ, ਉਹ ਵੀ ਖਤਮ ਕਰ ਰਹੇ ਨੇ। ਔਰ ਮਸ਼ੀਨਾਂ ਦੇ ਤਹਿਤ ਜਿਹੜੀ ਕਿ ਵੋਟਿੰਗ ਸਿਸਟਮ ਇੱਕ ਨਵਾਂ ਉਹਨਾਂ ਨੇ ਲਿਆਂਦਾ ਸੀ ਉਹਨੂੰ ਵੀ ਖਤਮ ਕਰ ਦਿੱਤਾ। ਇਲੈਕਟ੍ਰੋਨਿਕ ਸਿਸਟਮ, ਹਾਂ ਜੀ। ਪਹਿਲੇ ਤੇ ਜਿਹੜੀ ਲੈਟਰ ਦੀ ਗੱਲ ਹੈ, ਦੇਖੋ ਜੀ, ਉਹ ਵਜ਼ੀਰੇ ਖਾਰਜਾ ਜਿਹੜੇ ਨੇ ਉਹ ਇੱਕ ਦੂਜੇ ਨੂੰ ਲੈਟਰ ਤੇ ਲਿਖਦੇ ਰਹਿੰਦੇ। ਉਹ ਹਕੂਮਤਾਂ ਇੱਕ ਦੂਜੇ ਨੂੰ ਲੈਟਰ ਪਾਉਂਦੀਆਂ ਰਹਿੰਦੀਆਂ ਕਿ ਤੁਸੀਂ, ਅਮਰੀਕਾ ਲੈਟਰ ਪਾਉਂਦਾ ਅਗਰ ਜੀ ਤੁਸੀਂ ਨਾ ਜਾਓ, ਆਪਣਾ ਦੌਰਾ ਉੱਥੇ ਨਾ ਕਰੋ, ਉਧਰ ਜੰਗ ਲੱਗਣ ਵਾਲੀ ਹੈ। ਕਿਉਂਕਿ ਯੂਕਰੇਨ ਤੁਹਾਨੂੰ ਪਤਾ ਹੈ ਉਹ ਨੈਟੋ ਦਾ ਹਿੱਸਾ, ਇੱਕ ਕਿਸਮ ਦਾ ਯੂਰਪ ਦਾ ਹਿੱਸਾ ਹੈ। ਤੇ ਯੂਰਪੀਅਨ ਔਰ ਜਿਹੜੇ ਨੇ ਅਮਰੀਕਾ, ਇਹ ਆਪਸ ਵਿੱਚ ਭਾਈ ਨੇ। ਔਰ ਉਹ ਨਹੀਂ ਚਾਹੁੰਦੇ ਸੀ ਕਿ ਥਰਡ ਵਰਲਡ ਵਿੱਚੋਂ ਇੱਕ ਬੰਦਾ ਉੱਠ ਕੇ ਉਧਰ ਵਿਜ਼ਿਟ ਕਰੇ। ਹੁਣ ਕਿਉਂਕਿ ਯੂਰਪ ਵਾਲਿਆਂ ਨੂੰ ਪਤਾ ਲੱਗਿਆ ਕਿ ਇਧਰ ਜੰਗ ਲੱਗੀ ਹੈ ਤੇ ਇਹਦੇ ਅਸਰਾਤ ਕੀ ਨੇ, ਅੱਗੇ ਦੂਜੀਆਂ ਕੰਟਰੀਆਂ 'ਚ ਜੰਗਾਂ ਹੁੰਦੀਆਂ ਸੀ। ਇਸ ਵਾਸਤੇ ਉੱਥੋਂ ਵੀ ਜ਼ਬਰਦਸਤ ਮੁਖਾਲਫਤ ਹੋਈ, ਮਗਰ ਉਹਨਾਂ ਕੋਈ ਇੰਜ ਦਾ ਲੈਟਰ ਨਹੀਂ ਪਾਇਆ ਕਿ ਤੁਸੀਂ ਇਹਨਾਂ ਨੂੰ ਖਿੱਚ ਕੇ ਧਰੂ ਕੇ ਲਾ ਦਿਓ। ਬੇਸਿਕਲੀ ਇਹਨਾਂ ਦੀਆਂ ਆਪਣੀਆਂ ਗਲਤੀਆਂ ਵੀ ਨੇ, ਇਹਨਾਂ ਕੋਲ ਟੀਮ ਅੱਛੀ ਨਹੀਂ ਸੀ। ਇਹਨਾਂ ਦਾ ਜਿਹੜਾ ਆਪਣਾ ਸੀਐਮ ਪੰਜਾਬ ਸੀ ਬੁਜ਼ਦਾਰ ਸਾਹਿਬ, ਉਹ ਬਿਲਕੁਲ ਫੇਲ ਸਨ। ਚੌਧਰੀ ਪਰਵੇਜ਼ ਸਾਹਿਬ ਜਿਹੜੇ ਨੇ ਉਹਨਾਂ ਨੂੰ ਇਹਨਾਂ ਚਾਂਸ ਨਹੀਂ ਦਿੰਦਾ, ਉਹਨਾਂ ਨੂੰ ਦਿੰਦੇ ਤੇ ਫਿਰ ਵੀ ਸ਼ਾਇਦ ਇਹ ਖੜੇ ਰਹਿੰਦੇ। ਇਹ ਅਲੀਮ ਡਾਰ ਸਾਹਿਬ ਨੂੰ ਦੇ ਦਿੰਦੇ ਚਾਂਸ, ਇਹ ਜੰਗੀਰ ਤਰੀ ਨੂੰ ਦੇ ਦਿੰਦੇ, ਫਿਰ ਵੀ ਇਹਨਾਂ ਦੀ ਹਕੂਮਤ ਸ਼ਾਇਦ ਖਲੋਤੀ ਰਹਿੰਦੀ। ਉਹਦੀ ਵਜ੍ਹਾ ਕਿ ਕਿਸੇ ਐਮਐਨਏ ਨੂੰ ਟਾਈਮ ਇਹਨਾਂ ਦੇਣਾ ਕੋਈ ਨਹੀਂ, ਮਿਲਣਾ ਕੋਈ ਨਹੀਂ ਹੁੰਦਾ ਤੇ ਬੰਦੇ ਫਿਰ ਅੱਕ ਕੇ ਨੱਸ ਜਾਂਦੇ ਜਦੋਂ ਉਹਨਾਂ ਦੇ ਕੰਮ ਨਹੀਂ ਹੁੰਦੇ। ਇਸ ਵਜ੍ਹਾ ਨਾਲ ਇਹ ਜਿਹੜਾ ਨਾ ਮਾਰ ਖਾ ਗਏ ਨੇ। ਬਾਕੀ ਲੈਟਰ ਦਾ ਉਹਨਾਂ ਕਿਹਾ ਵੀ ਕਿ ਜਿਹਨੇ ਲਿਖਿਆ ਵੀ ਉਹਨੂੰ ਵੀ ਬੁਲਾ ਲੈਂਦੇ ਆ ਤੇ ਜਿਹਦੇ ਕੋ ਆਇਆ ਉਹਨੂੰ ਵੀ ਬੁਲਾ ਲੈਂਦੇ ਆ। ਤੇ ਇਨਸ਼ਾਅੱਲਾ ਉਹ ਵੀ ਅਸੀਂ ਆਵਾਮ ਦੇ ਵਿੱਚ ਫੈਸਲਾ ਕਰਾਂਗੇ। ਉਹ ਵੀ ਇੱਕ ਅਵਾਮੀ ਫੈਸਲਾ ਹੋਏਗਾ ਜਿਹਦਾ ਮੀਆਂ ਸ਼ਹਿਬਾਜ਼ ਸ਼ਰੀਫ ਨੇ ਕਿਹਾ ਕਿ ਸਾਰਿਆਂ ਨੂੰ ਪਤਾ ਚੱਲ ਜਾਏਗਾ। ਤੇ ਮੇਰਾ ਖਿਆਲ ਹੈ ਅਗਰ ਲੈਟਰ ਹੁੰਦਾ ਤਾਂ ਉਹਦੇ 'ਚ ਫਿਰ ਨੈਸ਼ਨਲ ਕਮੇਟੀ ਜਿਹੜੀ ਉਹਨਾਂ ਆ ਕੇ ਕੋਰਟ 'ਚ ਕਹਿ ਦੇਣਾ ਸੀ ਕਿ ਲੈਟਰ ਸਹੀ ਹੈ ਜਾਂ ਗਲਤ ਹੈ। ਉਹ ਕਹਿੰਦੇ ਨੇ ਕਿ ਇਹ ਸਾਡੇ ਆਪਸ ਦੇ ਇਨਸਾਈਡ ਮਾਮਲਾਤ ਨੇ ਜਿਹਦੇ ਵਿੱਚ ਪ੍ਰਾਈਮ ਮਿਨਿਸਟਰ ਸਾਹਿਬ ਨੂੰ ਇੰਨਾ ਉੱਤੇ ਆ ਕੇ ਨਹੀਂ ਦੱਸਣਾ ਚਾਹੀਦਾ ਕਿ ਇਹ ਲੈਟਰ ਸਾਨੂੰ ਕਿਹਨੇ ਲਿਖਿਆ ਜਾਂ ਨਹੀਂ ਲਿਖਿਆ। ਉਹ ਉਹਨਾਂ ਦਾ ਨਹੀਂ ਬਣਦਾ ਬੇਸਿਕਲੀ। ਤੇ ਇਸ ਵਜ੍ਹਾ ਦੇ ਨਾਲ ਜਿਹੜਾ ਨਾ ਇਹ ਉਹ ਲੈਟਰ ਦਾ ਇਸ਼ੂ ਵੀ ਬਣਿਆ। ਤੇ ਕੁਝ ਉਹ ਕਹਿੰਦੇ ਜੀ ਸਾਨੂੰ ਲਾਣ ਦਾ ਤਰੀਕਾ ਕਰ ਗਲਤ। ਤੇ ਬੇਸਿਕਲੀ ਮੈਂਬਰ ਉਹਨਾਂ ਕੋ ਰਹਿ ਕੋਈ ਨਹੀਂ, 98 ਟੋਟਲ ਰਹਿ ਗਈ ਸੀ, ਬਾਕੀ ਤੇ ਸਾਰੇ ਨਸ ਭੱਜ ਗਏ। ਜਿੱਧਰ ਮੂੰਹ ਆਇਆ ਉਹ ਨਸ ਗਿਆ। ਪਰਵੇਜ਼ ਸਾਹਿਬ ਵੀ ਦੌੜ ਗਏ ਸੀ, ਉਹ ਤੇ ਮੋਨਸ ਲਈ ਉਹਨਾਂ ਨੂੰ ਧੱਕੇ ਛੱਕੇ ਮਾਰ ਕੇ ਵਾਪਸ ਲੈ ਆ। ਨਹੀਂ ਤੇ ਇਸ ਵਕਤ ਉਹਨਾਂ ਵਜ਼ੀਰ ਆਲਾ ਦੀ ਜਾਂ ਵਜ਼ੀਰ ਆਜ਼ਮ ਦੀ ਕੁਰਸੀ ਕਿਧਰੇ ਵੀ ਉਹਨਾਂ ਨੂੰ ਆਫਰ ਹੈ ਸੀ, 2 ਮਹੀਨੇ ਉਹ ਚਲਾ ਸਕਦੇ ਸੀ। ਮਗਰ ਹੁਣ 1.5 ਸਾਲ ਤੱਕ ਇਨਸ਼ਾਅੱਲਾ ਮੀਆਂ ਸ਼ਹਿਬਾਜ਼ ਸ਼ਰੀਫ ਸਾਹਿਬ ਚਲਾਣਗੇ। ਉਸ ਤੋਂ ਬਾਅਦ ਅਗਲੀ 5 ਸਾਲ ਇਨਸ਼ਾਅੱਲਾ ਫਿਰ ਮੀਆਂ ਨਵਾਜ਼ ਸ਼ਰੀਫ ਸਾਹਿਬ ਆਵਣਗੇ ਪ੍ਰਾਈਮ ਮਿਨਿਸਟਰ। 2026 ਤੱਕ ਇਨਸ਼ਾਅੱਲਾ ਗਰੰਟੀਡ ਹਕੂਮਤ ਜਾਏਗੀ ਔਰ ਆਵਾਮ ਨੂੰ ਰਿਲੀਫ ਪੈਕੇਜ, ਸਸਤੀ ਹਰ ਚੀਜ਼ ਮਿਲੇਗੀ। ਔਰ ਇਨਸ਼ਾਅੱਲਾ ਸ਼ੇਰ ਜਿਹੜਾ ਉਹ ਫਿਰ ਜਨਾਬ ਦਹਾੜੇਗਾ ਪੂਰੇ ਪਾਕਿਸਤਾਨ ਵਿੱਚ, ਬਲਕਿ ਪੂਰੀ ਦੁਨੀਆ ਵਿੱਚ। ਔਰ ਇਨਸ਼ਾਅੱਲਾ ਓਵਰਸੀਜ਼ ਨੂੰ ਵੀ ਪਤਾ ਚੱਲ ਜਾਏਗਾ ਕਿ ਉੱਥੇ ਮਹਿੰਗਾਈ ਖਤਮ ਹੋ ਗਈ ਹੈ। ਬਾਕੀ ਰਹਿ ਗਈ ਵੋਟ ਵਾਲੀ ਗੱਲ। ਵੋਟ ਦਾ ਹੱਕ ਉਹਨਾਂ ਦਿੱਤਾ ਸੀ ਕਿਉਂਕਿ ਇਮਰਾਨ ਖਾਨ ਸਾਹਿਬ ਦਾ ਜਿਹੜਾ ਵੀਏ ਨੇ ਉਹਨਾਂ ਦਾ ਨਜ਼ਰੀਆ ਹੈ, ਉਹ ਬੇਸਿਕਲੀ ਜਿਹੜੀ ਉਹਨਾਂ ਦੀ ਗੱਲ ਹੈ ਉਹ ਓਵਰਸੀਜ਼ ਕਮਿਊਨਿਟੀ ਨੂੰ ਕਲਿੱਕ ਕਰਦੀ। ਉਹਦੀ ਵਜ੍ਹਾ ਕਿ ਉਹ ਬਾਹਰ ਰਹਿ ਕੇ ਗਏ ਨੇ, ਉਹ ਥੋੜਾ ਜਿਹਾ ਉਸ ਵੀਜ਼ਨ ਨੂੰ ਜਿਹੜਾ ਓਵਰਸੀਜ਼ ਕਮਿਊਨਿਟੀ ਹੈ ਉਹ ਫਾਲੋ ਕਰਦੀ। ਮਗਰ ਓਵਰਸੀਜ਼ ਕਮਿਊਨਿਟੀ ਨੂੰ ਇਹ ਨਹੀਂ ਪਤਾ ਕਿ ਪਾਕਿਸਤਾਨ ਵਿੱਚ ਬੰਦਿਆਂ ਕੋਲੇ ਇੱਕ ਟਾਈਮ ਖਾਣ ਵਾਸਤੇ ਰੋਟੀ ਕੋਈ ਨਹੀਂ, ਬੰਦਿਆਂ ਕੋਲੇ ਬੱਚਿਆਂ ਨੂੰ ਪਿਲਾਉਣ ਵਾਸਤੇ ਦੁੱਧ ਕੋਈ ਨਹੀਂ, ਉਹਨਾਂ ਕੋਲੇ ਪੈਸੇ ਕੋਈ ਨਹੀਂ, ਉਹਨਾਂ ਕੋਲ ਚੀਨੀ ਕੋਈ ਨਹੀਂ। ਕਿਸੇ ਦੇ ਘਰ ਕੋਈ ਮਹਿਮਾਨ ਆ ਜਾਏ ਉਹਦੇ ਕੋਲੇ ਉਸ ਮਹਿਮਾਨ ਦੀ ਖਾਤਰ ਕਰਨ ਵਾਸਤੇ ਪੈਸੇ ਕੋਈ ਨਹੀਂ। ਇਸ ਓਵਰਸੀਜ਼ ਕਮਿਊਨਿਟੀ ਨੂੰ ਇਹਨਾਂ ਚੀਜ਼ਾਂ ਦਾ ਵੀ ਧਿਆਨ ਰੱਖਣਾ ਚਾਹੀਦਾ ਹੈ ਕਿ ਅਗਰ ਪਾਕਿਸਤਾਨ ਵਿੱਚ ਗਰੀਬ ਆਵਾਮ ਭੁੱਖੀ ਮਰ ਰਹੀ ਹੈ, ਉਹਨਾਂ ਨੂੰ ਖਾਣ ਪੀਣ ਵਾਸਤੇ ਕੁਝ ਮਿਲ ਹੀ ਨਹੀਂ ਰਿਹਾ, ਟੈਕਸ ਇਸ ਕਦਰ ਲਗਾ ਦਿੱਤੇ ਨੇ। ਤੁਸੀਂ ਮੋਬਾਈਲ ਫੋਨ ਵੀ ਲੈਣ ਜਾਓ, ਮੋਬਾਈਲ ਫੋਨ ਵਾਲੇ ਵੀ ਸ਼ੁਕਰ ਦਾ ਕਲਮਾ ਪੜ੍ਹਦੇ ਨੇ ਕਿ ਸਾਡੀ ਇਮਰਾਨ ਖਾਨ ਕੋਲੋਂ ਜਾਨ ਛੁੱਟੇ। ਟੈਕਸ ਇੰਨੇ ਗੱਡੀਆਂ ਦੀ ਪ੍ਰਾਈਸ ਤੱਕੋ, ਅਗਰ ਤੁਹਾਡੇ ਅਕਾਊਂਟ 'ਚ 15 ਲੱਖ ਰੁਪਇਆ ਤੁਸੀਂ ਪਾ ਦਿੰਦੇ ਹੋ ਤੇ ਤੁਹਾਡੇ ਘਰ ਲੈਟਰ ਆ ਜਾਣਗੇ ਕਿ ਤੁਸੀਂ ਦੱਸੋ ਇਹ 15 ਲੱਖ ਰੁਪਇਆ ਆਇਆ ਤੇ ਆਇਆ ਕਿੱਥੋਂ ਹੈ। ਉਹ 6 ਮਹੀਨੇ ਉਹਦੇ 'ਚ ਵੀ ਬੰਦੇ ਜ਼ਲੀਲ ਹੁੰਦੇ, ਖੁਆਰ ਹੁੰਦੇ। ਇਸ ਵਾਸਤੇ ਉਹ ਆਪਣੀਆਂ ਗਲਤੀਆਂ ਦੇ ਨਾਲ ਉਹਨਾਂ ਨੇ ਉਹ ਮਾਰ ਖਾਧੀ ਹੈ ਆਪਣਾ ਇਮਰਾਨ ਖਾਨ ਸਾਹਿਬ ਨੇ। ਵੈਸੇ ਉਹ ਆਨੈਸਟ ਆਦਮੀ ਨੇ, ਉਹਨਾਂ ਕੋਈ ਅਸੀਂ ਨਹੀਂ ਕਹਿੰਦੇ ਕੋਈ ਚੋਰੀ ਡਕੈਤੀ ਕੀਤੀ ਹੈ, ਸਿਰਫ ਹੈ ਕਿ ਉਹਨਾਂ ਉਹ ਹਕੂਮਤ ਚਲਾਣੇ 'ਚ ਟੋਟਲ ਫੇਲ ਹੋਏ ਨੇ। ਇਨਸ਼ਾਅੱਲਾ ਉਹਨਾਂ ਨੇ ਤਜਰਬਾ ਲਿਆ 3.5 ਸਾਲ ਦਾ, ਜਿਹੜਾ ਕਿ ਆਰਮੀ ਨੇ ਵੀ
ਜ਼ੁਬਾਨ ਨੂੰ ਦੰਦਾਂ ਹੇਠ ਰੱਖ ਕੇ ਚੁੱਪ ਕਰਕੇ ਬੈਠੇ ਰਹੇ ਨੇ। ਆਖਰ ਜਿਸ ਵੇਲੇ ਕਤੋਂ ਤੱਕਿਆ ਕਿ ਮੁਲਕ ਦਾ ਤੇ ਬਿਲਕੁਲ ਹੀ ਭੱਠਾ ਹੀ ਗੁੱਲ ਹੋ ਗਿਆ, ਆਵਾਮ ਭੁੱਖੀ ਮਰ ਚੱਲੀ ਹੈ, ਤੇ ਜਨਰਲ ਬਾਜਵੇ ਨੇ ਫਿਰ ਜਿਹੜਾ ਨਾ ਮਜਬੂਰਨ ਹੋ ਕੇ ਵਿੱਚ ਹਿੱਸਾ ਲੈ ਕੇ ਤੇ ਉਹਨਾਂ ਨੇ ਖਾਨ ਸਾਹਿਬ ਨੂੰ ਜਨਾਬੇ ਵਾਲੀ ਘਾਟ ਹੋ ਰਿਹਾ ਕਿ ਤੁਸੀਂ ਜਨਾਬ ਜਾਓ, ਮਿਹਰਬਾਨੀ ਕਰੋ, ਸਾਡੀ ਇਸ ਕੰਟਰੀ ਦੀ ਗਰੀਬ ਆਵਾਮ ਭੁੱਖੀ ਮਰ ਚੱਲੀ ਹੈ। ਸਾਡੇ ਕੋਲ ਤੇ ਫੌਜੀ ਫਾਊਂਡੇਸ਼ਨ ਹੈ, ਪਾਕਿਸਤਾਨ ਦੀ ਪਹਿਲੀ ਆਰਮੀ ਹੈ ਜਿਹੜੀ ਬਿਜ਼ਨਸ ਕਰਦੀ ਹੈ, ਜਿਨ੍ਹਾਂ ਕੋਲ ਪੈਸਾ ਹੈ, ਇਹ ਪਹਿਲੀ ਤੁਸੀਂ ਤੱਕੋ ਪੂਰੀ ਦੁਨੀਆ ਦੇ ਵਿੱਚ ਵਰਲਡ ਵਿੱਚ ਇਹ ਆਰਮੀ ਹੈ। ਤੇ ਬਾਕੀ ਜਿਹੜੀ ਗਰੀਬ ਆਵਾਮ ਹੈ ਉਹਨਾਂ ਕਿੱਥੋਂ ਖਾਣਾ? 5 ਕਰੋੜ ਬੰਦੇ ਕੋ ਥੋੜੇ ਨਹੀਂ ਹੁੰਦੇ, ਬਹੁਤ ਜ਼ਿਆਦਾ ਬੰਦੇ ਨੇ। ਸਾਰਿਆਂ ਨੂੰ ਤੁਸੀਂ ਰੋਟੀ ਖਵਾਣੀ, ਉਹਨਾਂ ਨੂੰ ਦੁੱਧ ਪਿਲਾਣਾ, ਉਹਨਾਂ ਦੇ ਬੱਚਿਆਂ ਦੀ ਐਜੂਕੇਸ਼ਨ, ਸਕੂਲਾਂ ਦੇ ਖਰਚੇ, ਨਾ ਕੋਈ ਬੱਸ ਨਾ ਕੋਈ ਸਾਈਕਲ। ਉਹ ਬੰਦੇ ਜਾਣ ਤੇ ਜਾਣ ਕਿੱਧਰ ਦੱਸੋ ਤੁਸੀਂ? ਉਹ ਗਰੀਬ ਬੰਦੇ ਦੀ ਆਵਾਜ਼, ਉਸ ਆਵਾਮ ਕੌਮ ਦੀ ਆਵਾਜ਼ ਕੌਣ ਸੁਣੇ? ਜਿਹੜੇ ਬੰਦੇ ਸੌਖੇ ਨੇ ਉਹ ਤੇ ਚਾਹੁੰਦੇ ਨੇ ਕਿ ਚਲੋ ਜੀ ਖਾਨ ਸਾਹਿਬ ਚੱਲ ਰਹੇ ਨੇ ਅਸੀਂ ਵੀ ਚੱਲ ਰਹੇ ਹਾਂ, ਮਗਰ ਜਿਹੜੇ ਗਰੀਬ ਨੇ ਉਹਨਾਂ ਦਾ ਤੁਸੀਂ ਕੀ ਕਰਨਾ? ਜਿਹੜੇ ਇਸਲਾਮਾਬਾਦ ਰਹਿੰਦੇ ਨੇ ਕੋਈ ਗਰੀਬ ਲੋਕ ਤੇ ਨਹੀਂ? ਜਿਹੜੇ ਤੁਸੀਂ ਲਾਹੌਰ ਜਾਓ, ਮਨਾਰੇ ਪਾਕਿਸਤਾਨ ਦੇ ਖੱਬੇ ਹੋ ਜੋ 2 ਮਾਈਲ ਜਾਓ ਤੇ ਤੁਹਾਨੂੰ ਅਹਿਸਾਸ ਹੋ ਜਾਏਗਾ ਕਿ ਗੁਰਬਤ ਦੀਆਂ ਲਾਈਨਾਂ ਲੱਗੀਆਂ ਨੇ, ਬੰਦੇ ਭੁੱਖੇ ਸੋ ਜਾਂਦੇ, ਬੰਦਿਆਂ ਕੋ ਖਾਣ ਵਾਸਤੇ ਰੋਟੀ ਕੋਈ ਨਹੀਂ। ਤੁਸੀਂ ਉਧਰ ਸਿੰਧ ਚ ਜਾਓ, ਬੰਦਿਆਂ ਕੋਲੇ ਪੀਣ ਵਾਸਤੇ ਪਾਣੀ ਕੋਈ ਨਹੀਂ। ਉਹਦਾ ਅੰਦਾਜ਼ਾ ਤੁਸੀਂ ਲਾ ਸਕਦੇ ਹੋ, ਆਸਫ ਅਲੀ ਜ਼ਰਦਾਰੀ ਸਾਹਿਬ ਕੋ ਪੁੱਛ ਸਕਦੇ ਹੋ, ਤੁਹਾਨੂੰ ਦੱਸ ਸਕਦੇ, ਬਿਲਾਵਲ ਭੁੱਟੋ ਦੱਸ ਸਕਦਾ ਕਿ ਉੱਥੇ ਦੁਨੀਆ ਭੁੱਖੀ ਮਰਨ ਲੱਗੀ। ਉਹਦੀ ਵਜ੍ਹਾ ਕਿ ਪੈਸੇ ਕੋਈ ਨਹੀਂ, ਖਜ਼ਾਨੇ ਦੇ ਵਿੱਚ ਪੈਸੇ ਹੈ ਨੇ ਤੇ ਉਹ ਟੈਕਸ ਦੇ ਨੇ, ਉਹ ਗਲਤ ਜਗ੍ਹਾ ਤੇ ਲੱਗ ਰਹੇ ਨੇ। ਬਾਕੀ ਜਿਹੜਾ IMF ਤੁਹਾਨੂੰ ਪੈਸਾ ਦਿੰਦੀ ਹੈ ਉਹ ਤੁਸੀਂ ਬਿਊਰੋਕਰੇਟਸ ਨੂੰ ਤਨਖਾਹਾਂ ਦੇ ਦਿੰਦੇ ਹੋ। ਕਰਜ਼ਾ ਤੁਹਾਡੇ ਮੁਲਕ ਤੇ ਚੜੀ ਜਾ ਰਿਹਾ ਹੈ, ਬੇੜਾ ਗਰਕ ਹੋਵੇ। ਤੁਸੀਂ ਇਸ ਪਾਕਿਸਤਾਨ ਨੂੰ ਕਿਸ ਤਰ੍ਹਾਂ ਦਾ ਬਣਾ ਸਟਿਆ? ਇਸ ਵਾਸਤੇ ਮੀਆਂ ਮੁਹੰਮਦ ਸ਼ਹਬਾਜ਼ ਸ਼ਰੀਫ ਨੂੰ ਬੜਾ ਵੱਡਾ ਇੱਕ ਟਾਰਗੇਟ ਮਿਲਿਆ। ਅਗਰ ਉਹ ਇਸ ਨੂੰ ਹੱਲ ਕਰ ਲੈਣ, ਇਸ ਗੁਰਬਤ ਨੂੰ, ਇਸ ਮਹਿੰਗਾਈ ਨੂੰ, ਇਹਦੇ ਤੇ ਕਾਬੂ ਪਾ ਲੈਣ, ਆਵਾਮ ਨੂੰ ਖੁਸ਼ ਕਰ ਲੈਣ, ਇਨਸ਼ਾਅੱਲਾ ਸਾਨੂੰ ਪੂਰਾ ਯਕੀਨ ਹੈ ਕੋਈ ਇੱਕ ਤਜਰਬਾਕਾਰ ਆਦਮੀ ਨੇ, ਉਹਨਾਂ ਨੇ ਇਨਸ਼ਾਅੱਲਾ ਆਮਦੇ ਤੁਸੀਂ ਤੱਕ ਰਿਲੀਫ ਪੈਕੇਜ ਦਿੱਤੇ ਨੇ ਔਰ ਪੂਰਾ ਕਾਬੂ ਪਾਉਣਗੇ। ਔਰ ਇਨਸ਼ਾਅੱਲਾ 2026 ਤੱਕ ਤੁਹਾਨੂੰ ਬੜੀ ਸੋਹਣੀ ਆਵਾਜ਼ ਆਏਗੀ। ਔਰ ਇੱਕ ਪਹਿਲੇ ਵੀ ਅਵਾਮੀ ਆਦਮੀ ਨੇ ਔਰ ਅੱਗੋਂ ਵੀ ਇਨਸ਼ਾਅੱਲਾ ਅਵਾਮੀ ਆਦਮੀ ਬਣ ਕੇ ਬਾਹਰ ਆਵਣਗੇ। ਔਰ ਇਨਸ਼ਾਅੱਲਾ 2026 ਤੱਕ ਤੁਸੀਂ ਰਾਜਾ ਸਾਹਿਬ ਗਰੰਟਿਡ, ਮੈਂ ਤੁਹਾਨੂੰ ਕਹਿਣਾ ਇਹ ਹਕੂਮਤ ਨਹੀਂ ਜਾਣ ਵਾਲੀ, ਇਹ ਵਿਨਰ ਨੇ ਜੀ। ਦੋਸਤੋ ਤੁਸੀਂ ਗੱਲਾਂ ਸੁਣੀਆਂ ਨੇ ਸੈयद ਤਨਜ਼ੀਮ हैदर शाह ਸਾਹਿਬ ਦੀਆਂ। ਮਦੀਨਾ ਸਈਦਾਂ ਤੋਂ ਇਹਨਾਂ ਦਾ ਤਲਕ ਹੈ, ਪਾਕਿਸਤਾਨ ਤੋਂ, ਔਰ ਇੱਥੇ ਲੰਡਨ ਦੇ ਵਿੱਚ ਮੀਆਂ ਨਵਾਜ਼ ਸ਼ਰੀਫ ਸਾਹਿਬ ਦੇ ਬੜੇ ਕਰੀਬੀ ਸਾਥੀ ਔਰ ਅਹਿਮ ਰਾਹਨੁਮਾ ਨੇ ਪਾਕਿਸਤਾਨ ਮੁਸਲਿਮ ਲੀਗ ਨੂਨ ਦੇ। ਇਹਨਾਂ ਦੀਆਂ ਗੱਲਾਂ ਸੁਣੀਆਂ। ਸ਼ਾਹ ਜੀ ਤੁਹਾਡਾ ਬਹੁਤ ਜ਼ਿਆਦਾ ਸ਼ੁਕਰੀਆ, ਤੁਸੀਂ ਹਾਲਾਤੇ ਹਾਜ਼ਰਾ, ਕਰੰਟ ਅਫੇਅਰ ਤੇ ਤੁਸੀਂ ਆਪਣੇ ਹਾਲਾਤ ਨੇ ਜਿਹੜੇ ਉਹ ਦੋਸਤਾਂ ਦੇ ਸਾਹਮਣੇ ਰੱਖੇ, ਉਹ ਤੁਸੀਂ ਸਾਨੂੰ ਇਨਫੋਰਮੇਸ਼ਨ ਦਿੱਤੀ ਕਿ ਕੀ ਹਿਸਾਬ ਹੈ, ਉਹਨਾਂ ਦੀ ਸਿਹਤ ਕੈਸੀ ਹੋ, ਜਾ ਰਹੇ ਨੇ ਕਿਦੋਂ ਜਾ ਰਹੇ ਨੇ, ਨੈਬ ਨੂੰ ਖਤਮ ਕਰ ਰਹੇ ਹੋ ਔਰ ਕੇਸਿਸ ਉਹਨਾਂ ਦੇ ਖਤਮ ਕਰ ਰਹੇ ਹੋ, ਹੱਲੇ ਵਾਲੇ ਕਿਹੜੇ ਕੰਮ ਕਰੀ ਜਾ ਰਹੇ ਹੋ। ਐਨੀਵੇ ਸ਼ਾਹ ਜੀ ਬਹੁਤ ਜ਼ਿਆਦਾ ਸ਼ੁਕਰੀਆ, ਜਿਨ੍ਹਾਂ ਦੋਸਤਾਂ ਨੇ ਵੀਡੀਓ ਵੇਖੀ, ਲਾਈਕ ਕੀਤੀ, ਤੁਹਾਡਾ ਵੀ ਬਹੁਤ ਜ਼ਿਆਦਾ ਸ਼ੁਕਰੀਆ। ਅੱਲਾ ਸੋਹਣੇ ਦੇ ਵਾਲੇ, ਥੈਂਕ ਯੂ ਸਰ। ਮਿਹਰਬਾਨੀ ਰਾਜਾ ਸਾਹਿਬ, ਤੁਹਾਡੇ ਚੈਨਲ ਰਾਕਟ ਸਾਇੰਸ ਨੂੰ ਜਨਾਬ ਅਸੀਂ ਸਲਾਮ ਪੇਸ਼ ਕਰਨੇ ਆ, ਸਾਰੀ ਸਾਦਾਤ ਕਿ ਤੁਸੀਂ ਸਾਨੂੰ ਬੁਲਾਉਂਦੇ ਹੋ ਤੇ ਅਸੀਂ ਆਪਣੇ ਜਿਹੜੇ ਹਜ਼ਾਰ ਨੇ ਉਹਨਾਂ ਨੂੰ ਅਸੀਂ ਦੱਸਨੇ ਆ ਕਿ ਸਾਡੇ ਖਿਆਲਾਤ ਕੀ ਨੇ। ਤੁਹਾਡੇ ਚੈਨਲ ਨੂੰ ਜਨਾਬ ਅਸੀਂ ਸਲਾਮ ਪੇਸ਼ ਕਰ ਰਹੇ ਹਾਂ ਸਾਹਿਬ। ਅੱਲਾ ਬਹੁਤ ਸ਼ੁਕਰੀਆ ਸ਼ਾਹ ਜੀ, ਬਹੁਤ ਸ਼ੁਕਰੀਆ ਸ਼ਾਹ ਸਾਹਿਬ, ਥੈਂਕ ਯੂ, ਖੁਦਾ ਹਾਫਿਜ਼, ਥੈਂਕ ਯੂ ਵੈਰੀ ਮਚ, ਅੱਲਾ ਹਾਫਿਜ਼। ਪੰਜਾਬੀ ਰਾਕਟ ਸਾਇੰਸ ਚੈਨਲ ਦੇ ਜ਼ਰੀਏ ਡਾਇਰੈਕਟ ਦੇਖ ਰਹੇ ਨੇ ਕਿ ਸਾਨੂੰ ਮਖਲੂਕੇ ਖੁਦਾ ਨੂੰ ਨਾਲ ਲੈ ਕੇ ਚੱਲਣਾ ਚਾਹੀਦਾ, ਜਿਹੜੇ ਪਿੱਛੇ ਰਹਿ ਗਏ ਨੇ ਉਹਨਾਂ ਦਾ ਹੱਥ ਫੜ ਕੇ ਖਿੱਚਣਾ ਚਾਹੀਦਾ। ਮਾਸ਼ਾਅੱਲਾ ਤੁਸੀਂ ਬਹੁਤ ਹੀ ਅੱਛਾ ਪ੍ਰੋਗਰਾਮ ਕੰਡਕਟ ਕੀਤਾ ਹੈ। ਇਲੈਕਟ੍ਰੋਨਿਕ ਮੀਡੀਆ ਤੇ ਜਾਣ ਦਾ ਅਕਸਰ ਇਤਫਾਕ ਹੁੰਦਾ ਰਹਿੰਦਾ ਹੈ, ਲੇਕਿਨ ਜਿਹੜਾ ਅੱਜ ਮਜ਼ਾ ਆਉਂਦਾ ਹੈ ਇਹ ਬੜੀ ਖਿਦਮਤ ਹੈ ਸਾਰੀ ਦੁਨੀਆ ਉੱਤੇ। ਅੱਜ ਮੈਂ ਸੁਣਿਆ ਗਿਆ, ਮੈਂ ਤੁਹਾਨੂੰ ਦੇ ਜਵਾਬ ਦਿੱਤੇ, ਕਿਧਰੇ ਮੈਂ ਅੜਕਿਆ ਵੀ ਨਹੀਂ, ਮੈਂ ਸੋਚਿਆ ਵੀ ਨਹੀਂ। और प्रदेशों में बैठ के तुसी अपनी जुबान नाल, अपने सूबे नाल, अपने मुल्क नाल तुसी मोहब्बत करते हो। ਤੁਹਾਡੀ ਪੰਜਾਬੀ ਰਾਕਟ ਸਾਇੰਸ, ਤੁਹਾਡੀ ਡੇਰੇਦਾਰੀ, ਤੁਹਾਡੀ ਵਜ਼ਰਦਾਰੀ। ਇਸ ਮੁਲਕ ਦੇ ਵਿੱਚ ਮਜ਼ਹਬ, ਇਸ ਮੁਲਕ ਵਿੱਚ ਸਿਆਸਤ ਚੁਟਕਲਿਆਂ ਦਾ ਨਾਮ, सिर्फ वफादार दी सियासत। ਫੰਡ ਆਉਂਦੇ ਨੇ ਉਹਨਾਂ ਦੀ ਪਰਸੈਂਟੇਜ ਨਿਕਲੀ ਹੈ। ਆਵੇ ਦਾ ਆਵਾ ਵਿਗੜੇ ਆ ਤੇ ਅੱਜ ਕੱਲ ਦੇ ਫਿਰ ਖੁਸਰੇ ਵੀ ਤੇ ਉਸੇ ਹਿਸਾਬ ਨਾਲ ਚਾਵਾ ਬਰੇਡ ਵਾਲਾ ਖੁਸਰਿਆ ਕੀ ਨਸਣਾ। ਥੋੜਾ ਮੁਸ਼ਕਿਲ ਜਿਹਾ ਕਰ ਦਿੱਤਾ ਜੇ ਲੋਕੀ ਤੁਹਾਡਾ ਸਟੇਟਸ ਦੇਖ ਕੇ ਤੁਹਾਡੀ ਇੱਜ਼ਤ ਸਿਆਸਤਦਾਨ ਆਪਣਾ ਕੰਮ ਕਰਨ ਤੇ ਅਦਾਰੇ ਆਪਣਾ ਕੰਮ ਕਰਨ। ਅੱਜ ਮੁਕਾਬਲਾ ਭਾਵੇਂ ਕੋਈ ਵੀ ਹੋ, ਮੁਕਾਬਲਾ ਹੁੰਦਾ ਕਿ ਐਮਪਟੀ ਵੈਜ਼ਲਸ ਮੇਕ ਮਚ ਨਾਈਜ਼ਸ। ਇਹ ਉਦੋਂ ਹੀ ਮਰਹੂਮੀ ਜਿਹੜੀ ਹਲਕੇ ਦੀ ਆਵਾਮ ਦੀ ਦੂਰ ਹੋਣੀ ਹੈ ਜਦੋਂ ਹਕੀਕੀ ਨੁਮਾਇੰਦਾ ਉਹਨਾਂ ਦੇ ਵਿੱਚੋਂ ਉੱਠ ਕੇ ਆਵੇਗਾ। ਬਦਮਾਸ਼, ਲੁੱਚੇ, ਲਫੰਗੇ ਵਡੇਰੇ ਨੂੰ ਸਪੋਰਟ ਕੀਤਾ ਤੇ ਮੈਂ ਕੋਸ਼ਿਸ਼ ਕਰਨਾ ਉਹਨਾਂ ਦੇ ਮਸਾਇਲ ਹੱਲ ਕਰ। ਪਾਕਿਸਤਾਨ ਦੀ ਸਾਲਮੀਅਤ ਹੀ ਸਾਡੀ ਬਕਾ ਹੈ। ਬਾਬੂ ਕਹਿੰਦਾ ਕਿ ਮੇਰੇ ਕੋਲ ਉਹਨਾਂ ਦੀ ਸ਼ਾਂਤ ਨਹੀਂ ਹੈ। ਮੁਸ਼ਾਵਰਤ ਕਰਨੀ ਚਾਹੀਦੀ ਹੈ। ਵੈਜਿੰਦ ਦਾ ਪਕਾਣਾ ਵਿੱਚ ਕੋਈ ਜਾਣਦਾ, ਭਿੰਡੀਆਂ ਬਣਾਉਣਾ ਵਿੱਚ ਕੋਈ ਜਾਣਦਾ। ਪੜ੍ਹ ਕੇ ਆਪਣੀ ਜਗ੍ਹਾ ਆਪਣੇ ਮੁਲਕ ਦੇ ਵਿੱਚ ਬਣਾ ਲਈ।
ਹੌਸਲਾ ਟਾਣਾ ਸਾਹਿਬ ਦੇ ਨਾਲ ਅਸੀਂ ਜਨਾਬ ਕੰਦੇ ਦਾ ਧੰਦਾ ਬਣਾ ਕੇ ਅੱਗੇ ਵੀ ਟੁਰੇ ਆ। ਕਾਮਯਾਬੀ ਦਾ ਰਾਹ ਦੇ ਕੇ ਬੰਦੇ ਨੂੰ ਆਪਣਾ ਆਪ ਮਾਰਨਾ ਪੈਂਦਾ ਕਿ ਰਾਜੇ ਕੇ ਪੈਸੇ ਕਮਾਓ ਤੇ ਆਪਣੇ ਪਿਛਲਿਆਂ ਨੂੰ ਤਗੜਿਆ ਕਰੋ। ਸਿਸਟਮ ਬਿਹਤਰ ਬਣਾ ਦੋ, ਕੋਈ ਕਿਤੇ ਸਿੱਧੀ ਵੀ ਕਰਨ ਦੀ ਕੋਸ਼ਿਸ਼ ਨਹੀਂ ਕਰਦੇ। ਬਦਤਮੀਜ਼ੀ ਨਹੀਂ ਹੋਣੀ ਚਾਹੀਦੀ। ਉਹਨੂੰ ਅੱਜ ਬੜੀ ਖੁਸ਼ੀ ਹੋਈ ਹੈ ਕਿ ਮੈਂ ਸਾਰੀਆਂ ਗੱਲਾਂ ਪੰਜਾਬੀ 'ਚ ਵੀ ਕਰਨਾ। ਈਦ ਵਾਲਾ ਦਿਨ ਤੇ ਪੇਚਾਂ ਦੇ ਹੁੰਦਾ, ਲੇਕਿਨ ਅਗਲਾ ਦਿਨ ਹੋ ਜਾਣਾ। ਅਸੀਂ ਕਿਉਂ ਸਾਰੇ ਬੰਦੇ ਨੂੰ ਰਾਜ਼ੀ ਕਰੀਏ? ਅਸੀਂ ਕੋਈ ਵੋਟ ਲੈਣੇ ਨੇ। ਦਖਲਾ ਬਣਾ ਸਕਦੇ ਸਭ ਦੇ। ਪੈਨਸ਼ਨਾਂ ਵੀ ਲੋਕਾਂ ਦੀਆਂ ਵਧੀਆਂ ਨੇ। ਅੱਖਾਂ ਜਦੋਂ ਮੀਡੀਆਂ ਜ਼ਮਾਨਾ ਸਾਨੂੰ ਰੋਏਗਾ, ਆਪਣਾ ਤੇ ਆਪਣਾ ਬਗਾਨਾ ਸਾਨੂੰ ਰੋਏਗਾ। जिन्हें भी PhD या मास्टर्स करना है, ਮੈਨੂੰ ਬੜੇ ਵਾਇਲ ਨਾਲ ਥ੍ਰੈਟ ਕੀਤਾ ਗਿਆ। ਬਤੌਰ ਅਮੀਰ ਸੂਬਾ ਮੇਰੀ ਮਨਜ਼ੂਰੀ ਦਿੱਤੀ। ਸਾਡੇ ਨਵਾਬਜ਼ਾਦੇ ਨਾਲ ਉਸ ਵਕਤ ਵੀ ਕੋਈ ਤਲਕ ਨਹੀਂ ਸੀ, ਹੁਣ ਵੀ ਕੋਈ ਤਲਕ ਨਹੀਂ। ਈਦ ਵਿੱਚ ਖਾਣੇ ਨਹੀਂ ਇੰਪੋਰਟੈਂਟ ਨਹੀਂ ਹੈ। ਮੈਂ ਕਿਸੇ ਐਸੇ ਬੰਦੇ ਨਾਲ ਕੰਪੀਟੀਸ਼ਨ ਸ਼ੁਰੂ ਕਰ ਦਵਾਂ ਜਿਹੜਾ ਮੇਰੇ ਤੋਂ 10 ਟਾਈਮਸ ਹਾਇਰ ਹੈ। ਜੀ ਮੱਛੀ ਚੌਕ ਬਾਰਿਸ਼ ਹੁੰਦੀ ਤੇ 3 ਦਿਨ ਪਾਣੀ ਖਲੋਤਾ ਰਹਿੰਦਾ। ਕੋਈ ਇਹਨਾਂ ਮਨਸੂਬਿਆਂ ਨੂੰ ਮੁਕੰਮਲ ਕਰਨ। ਗੱਲਬਾਤ ਤੇ ਅਲਹਮਦੁਲਿਲਾ ਅਸੀਂ ਵੀ ਬਿਹਤਰੀਨ ਕਰ ਸਕਦੇ ਹਾਂ। ਪਰ ਸਾਨੂੰ ਇਹਨਾਂ ਗੱਲਾਂ ਦਾ ਖਿਆਲ ਕਰਨਾ ਚਾਹੀਦਾ। ਹੋ ਸਕਦਾ ਯਾਰ ਜਿਹੜੇ ਨੇ ਉਹ ਭਾਰ ਵੀ ਚੁੱਕ ਜਾਣ ਦਾ ਕਹਿੰਦੇ ਠੀਕ ਹੈ, ਘਰ ਨਾਲ ਕੋਈ ਸਲਾਹ ਹੁੰਦਾ ਕਹਿੰਦੇ ਰਹਿਣ ਦੇ ਕਿ ਇਹ ਝੂਠ ਦੀ ਸੱਚ ਹੈ। ਆਪ ਇਹ ਤੁਸੀਂ ਇੱਕ ਨਵੀਂ ਪਰਸਨੈਲਿਟੀ ਸ਼ੋਅ ਕਰਾਉਣੀ ਚਾਹੀਦੀ ਹੈ। ਲੋਕ ਯੰਗਸਟਰ ਚਿਹਰੇ ਵੇਖਣਾ ਚਾਹੁੰਦੇ ਨੇ। ਤੁਸੀਂ ਵੀ ਉਹ ਕਮੈਂਟ ਪੜਿਆ ਕਰੋ ਜਿਹੜਾ ਪੜਨ ਵਾਲਾ ਹੁੰਦਾ। ਰਾਜਾ ਸਾਹਿਬ ਤੁਸੀਂ ਵੀ ਮੇਰੇ ਜਿਹੜਾ ਖਿਲਾਫ ਕਮੈਂਟ ਹੁੰਦਾ ਉਹਨੂੰ ਚੁੱਕ ਉੱਤੇ ਲਾ ਸਕਦੇ ਹੋ। ਅਸਦ ਕਰਨਾ ਚਾਹੀਦਾ, ਸੜਨਾ ਵੀ ਚਾਹੀਦਾ, ਲੇਕਿਨ ਚੰਗੇ ਕੰਮ ਤੋਂ। ਕਾਂ ਦੀ ਪਰਿਆ ਮੁਕਾਣੀ ਅਹਲੇ ਇਲਮ ਹੀ ਜਾਣਦੇ ਨੇ ਕਿ ਇਲਮ ਦੀ ਹਕੀਕਤ ਕੀ ਹੈ। ਪੁਆਇੰਟ ਆਫ ਵਿਊ ਦੇਣ ਵਾਸਤੇ ਫਿਰ ਤੁਹਾਡੇ ਚੈਨਲ ਦਾ ਮੁੱਖ ਕਾਰਨ ਤੇ ਇਹ ਸ਼ਾਮਲਾਟਾਂ ਦੇ ਉੱਤੇ ਕਬਜ਼ੇ ਨੇ। ਕਿ ਪੰਜਾਬੀ ਰਾਕਟ ਸਾਇੰਸ, ਪੰਜਾਬੀ ਰਾਕਟ ਸਾਇੰਸ ਦੇ ਪੰਜਾਬੀ ਰਾਕਟ ਸਾਇੰਸ, 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 ਪੰਜਾਬੀ ਰਾਕਟ ਸਾਇੰਸ।